अस्सलाम वालेकुम ख़वातीन और हज़रात, शुरू करते हैं आज का हस्ब हाल। मैं हूं जिसका मेज़बान जुनैद सलीम। नाज़रीन, शो का आगाज़ कर रहे हैं गाँव की उसी पंचायत से। जी अस्सलाम वालेकुम। अच्छा सर, मैं आपको बताऊं इससे पहले कि आप अपना आज का मसला जो है वो बयान करें, मैं छोटी सी आपसे बात करना चाहता हूँ। आइंदा के बाद प्लीज़ जब आप अपने चॉइस साहब को लेके आया करें ना, तो इनको चारपाई पे खुद बिठाया करें। ये आके बैठे हैं तो बेचारे ये जो पैंती की रस्सी है इसमें फंस गए। कभी इनको गिरा लग जाती थी, कभी रस्सी को गिरा लग जाती थी। मुझे आधा घंटा लगा है इनको पैंती से निकालते हुए। प्लीज ये जिम्मेदारी अपने सर लें आप। मैं खुद बड़ा टेंस हुआ हूं, देख के बड़ी परेशानी हुई है। मैं समझा कोई किसी ने पुआंदियां ते मफलर सुटे है वो जो हिले ने चौरी साहब, मैंने पता लगा चौरी होरी पते पे ने। मैं तो जनाब सियाणे को सुनिया भी बंदा अपनी कीतियां च फसदा, ਤੇ ਚੌਧਰੀ ਨੇ ਕੀਤੇ ਹੋਣੇ ਕੋਈ ਗਲਤ ਫੈਸਲੇ ਤੇ ਤਦੇ ਫਿਰ ਚੌਧਰੀ ਫਸ ਗਿਆ ਕਿ ਕਿਹੜੇ ਫੈਸਲੇ? ਉਹ ਤੇ ਚਲੋ ਉੱਚਾ ਨੀਵਾ ਹੋ ਜਾਂਦਾ ਬੰਦਾ। ਗੱਲ ਕੀ ਹੈ, ਤੁਸੀਂ ਗੱਲ ਦੱਸੋ ਭਾਈ ਜੀ। गल मैंने क्या बतानी है, गल तो आपने करनी है। बताएं आज क्या प्रॉब्लम है। जुनैद जी सीधी गल है कि सियाणे आंदे ने कि आईने बेचता हूँ अंधों के शहर में। वाह जी वाह। मेरा मतलब है कि सारे पिंड दे लोग ही जिथे अन्ने वसदे होण ਉੱਥੇ ਸੁਜਾਖਾ ਜਿਹੜਾ ਜੀ ਅੱਖਾਂ ਵਾਲਾ ਉਹਦਾ ਕੀ ਕੰਮ ਹੈ। ਇਹ ਰਾਣਾ ਸਾਹਿਬ ਦੀ ਸੋਚ ਤੋਂ ਬਹੁਤ ਥੱਲੇ ਦੀਆਂ ਗੱਲਾਂ ਸੋਚਦੇ ਨੇ। ਰਾਣਾ ਸਾਹਿਬ ਦੀ ਸੋਚ ਤਾਂ ਕੱਪੜ ਹੀ ਨਹੀਂ ਸਕਦੇ। ਇੱਥੇ ਰਾਣੇ ਦੀ ਸੋਚ ਹੈ ਸਿਰਫ ਮੇਰੇ ਚਾਚੇ ਦੀਆਂ ਦੁਆਵਾਂ ਨੇ। ਹਾਂ ਨੇ ਅੱਲਾ ਦੀ ਰਹਿਮਤ ਨਾਲ ਰਾਣਾ ਸਾਹਿਬ ਗੱਲ ਇਹ ਵੇ ਕਿ ਇਹ ਬਦਨਸੀਬ ਲੋਕ ਨੇ ਜਿਨ੍ਹਾਂ ਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਆਉਂਦੀ, ਜਿਨ੍ਹਾਂ ਨੂੰ ਤੁਹਾਡੇ ਮਨਸੂਬਿਆਂ ਦੀ ਸਮਝ ਨਹੀਂ ਆਈ। ਉਹ ਤਾਂ ਆਇਆ ਅਸੀਂ ਗੁੰਗੇ ਬਹਿ ਰਹੇ ਹੈਗੇ, ਸਾਨੂੰ ਸਮਝ ਨਹੀਂ ਆਉਂਦੀ। ਲਓ ਜੀ ਜੁਨੈਦ ਜੀ ਗੱਲ ਇਹ ਜੇ, ਮੇਰਾ ਮਤਲਬ ਇਹ ਕਿ ਹੁਣ ਜੋ ਹਾਲਾਤ ਹੋਏ ਨੇ ਹਕੂਮਤ ਦੇ ਤੇ ਜੋ ਮੁਲਕ ਦੇ ਹਾਲਾਤ ਹੋਏ ਨੇ ਉਹਦੇ 'ਚ ਵਿਹਲੇ ਬੈਠੇ ਪਿੰਡਾਂ ਦੇ ਲੋਕ ਤੇ ਖੋਲ੍ਹ ਲਿਆ ਰਾਣਾ ਸਾਹਿਬ ਨੇ ਐਸਾ ਕੰਮ ਕਿ ਸਾਰੇ ਪਿੰਡ ਦੇ ਜਿਹੜੇ ਵਿਹਲੇ ਜਵਾਨ ਮੁੰਡੇ ਜਿਹੜੇ ਬਹਿ ਕੇ ਤੇ ਕ੍ਰਾਈਮ ਸੋਚਦੇ ਰਹਿੰਦੇ ਹਨ, ਜਿਹੜੇ ਬਹਿ ਕੇ ਤੇ ਸੋਚਦੇ ਰਹਿੰਦੇ ਹਨ ਕਿ ਕਿਵੇਂ ਲੜਨਾ ਤੇ ਕਿਵੇਂ ਕਿਧਰੇ ਜਾ ਕੇ ਡਕੈਤੀ ਕਰਨੀ ਤੇ ਕਿਵੇਂ ਚੋਰੀ ਗਲਤ ਹਰਕਤਾਂ ਕਰਦੇ। ਰਾਣਾ ਸਾਹਿਬ ਨੇ ਸਾਰਿਆਂ ਨੂੰ ਮਸਰੂਫ ਕਰ ਛੱਡਿਆ। ਇੱਧਰ ਵੇਖੋ ਨਾ ਜਰਾ ਜੁਨੈਦ ਜੀ ਕੀ ਜ਼ਹਿਨ ਪਾਇਆ। ਮੈਂ ਤੇ ਰੱਬ ਜਾਣਦਾ ਜੇ ਮੈਂ ਤੇ ਸਿਰ ਚੁੰਮਿਆ ਉਦਣ। ਮੈਂ ਰਾਣਾ ਸਾਹਿਬ अच्छा ਅੱਲਾ ਨਜ਼ਰ ਨਾ ਲਾਵੇ ਜੇ ਕੀ ਸੋਚ ਹੈ ਤੁਹਾਡੀ। आपने इनका सर चूमा? हाँ जी ਜਿਹੜੀ ਕਿਹੜੀ ਗੱਲ ਉਹ ਕਿਹੜਾ ਤੇਲ ਦੀ ਥਾਂ ਤੇਜ਼ਾਬ ਲਾਉਂਦੇ ਨੇ। ਮੇਰਾ ਮਤਲਬ ਇਹ ਕਿ ਦੇਖੋ ਜਰਾ ਰਾਣਾ ਸਾਹਿਬ ਆਂਦੇ ਨੇ ਅੱਬਾ ਜੀ ਪਿੰਡ ਦੇ ਵਿੱਚ ਮੁੰਡੇ ਵਿਹਲੇ ਬਹਿ ਗਏ ਨਾ ਕੰਮ ਕਾਜ ਤੋਂ ਤੇ ਇੱਥੇ ਜੁਰਮ ਵੱਧ ਜਾਣੇ ਨੇ, ਇੱਥੇ ਕੰਮ ਸਾਰਾ ਜਿਹੜਾ ਵਿਗੜ ਜਾਣਾ, ਮੁਆਸ਼ਰਾ ਖਰਾਬ ਹੋ ਜਾਣਾ। बड़ी गहरी सोच है, बड़ी ਇੱਧਰ गहरी ਵੇਖੋ ਜਰਾ ਵੇਖੋ ਹੈ ਦੇਖੋ ਕੀ ਜ਼ਹਿਨ ਹੈ। 6x8 ਦਾ ਇੱਕ ਟੇਬਲ ਰਿਆ ਕੇ ਰੱਖਿਆ ਨੇ ਜੁਨੈਦ ਜੀ ਆਪਣਾ ਵਾਲਾ ਬਿਲੀਅਰਡ ਦਾ। हाँ हाँ। ਤੇ ਪੂਰੇ ਪਿੰਡ ਦੇ ਮੁੰਡੇ ਹੁਣ ਉਹਦੇ ਆਲੇ ਦੁਆਲੇ ਹੁੰਦੇ ਨੇ। ਕ੍ਰਾਈਮ ਹੀ ਰੁਕ ਗਿਆ। ਮੇਰਾ ਮਤਲਬ ਇਹ ਕਿ ਗਲਤ ਕੰਮ ਪਿੰਡ 'ਚ ਹੁੰਦਾ ਹੀ ਨਹੀਂ। ਤਾਇਆ ਜੀ ਜਿਸ ਕੰਮ ਦੀ ਤੁਸੀਂ ਤਾਰੀਫ ਪੈ ਕਰਦੇ ਹੋ ਉੱਥੇ ਜੂਆ ਹੁੰਦਾ ਜੇ। ਮੈਂ ਨਾ ਮੂੰਹ ਸੰਭਾਲ ਕੇ ਬੋਲ, ਇਲਜ਼ਾਮ ਨਾ ਲਾ। ਤੇ ਰਾਣਾ ਮੰਗ ਕੇ ਖਾ ਸਕਦਾ, ਹਰਾਮ ਨਹੀਂ ਖਾ ਸਕਦਾ। ਹਾਂ ਅੱਲਾ ਦੀ इसलिए मांग के खाते हैं मेरा। ਉਹ ਨਹੀਂ ਜੁਨੈਦ ਜੀ ਸਾਡਾ ਕੀ ਤਲਕ ਹੈ। ਉਹ ਮੰਗੀ ਦਾ ਸੋਹਣੇ ਰੱਬ ਕੋਲ हाँ ਕਸ਼ ਕਸ਼ ਜਿੰਨਾ ਕਦਰ ਨਾ ਮੇਰਾ। ਵਾਹ ਵਾਹ। ਮੈਂ ਨਾ ਅੱਗੇ ਤੋਂ ਇਲਜ਼ਾਮ ਨਾ ਲਾਵੀਂ ਮੇਰੇ ਤੇ। ਹਾਂ ਅੱਲਾ ਦੇ ਫਰਨਾ ਰਾਣਾ ਸਾਹਿਬ ਨਹੀਂ ਇਹੋ ਜਿਹੇ ਕੰਮਾਂ 'ਚ ਪੈਂਦੇ। ਤੂੰ ਨਾ ਮੁਰਾਦਾ ਹੋਰੇ ਕਿੱਥੇ ਉੱਥੇ 200 ਹਾਰ ਆਇਆ ਕਿਤੇ ਅੱਗੇ। ਅਸਾਂ ਤੈਨੂੰ ਕਿਹਾ ਜੂਆ ਲਾ। ਜੁਨੈਦ ਸਾਹਿਬ ਇੱਧਰ ਵੇਖੋ ਨਾ, 2 ਦਰਜਨ ਆਂਡੇ ਰੱਖੋ ਨਾ ਮੁਰਗੀ ਥੱਲੇ ਤੇ 2-3 ਉਹਦੇ 'ਚ ਵੀ ਗੰਦੇ ਨਿਕਲ ਆਉਂਦੇ ਨੇ। ਖੇਡਣ ਵੀ ਨਹੀਂ ਡਿਆ ਤੇ ਖੇਡਣ ਵੀ ਨਹੀਂ ਡਿਆ ਤੇ ਹੋਰ ਮੁੰਡੇ ਖੇਡਣ ਦੇ ਤੇ ਆਂਦਾ ਮੇਰਾ 200 ਲੱਗਾ। ਉਹ ਜੂਆ ਖੇਡਣਾ ਤੂੰ? ਨਹੀਂ ਅੱਬਾ ਮੈਂ ਤੇ ਜੂਆ ਨਹੀਂ ਖੇਡਿਆ, ਮੈਂ ਤਾਂ ਉੱਥੇ ਉਹਨੂੰ ਇਹ ਜੀ ਪੁੱਛਣ ਡਿਆ ਜੂਆ ਖੇਡਦਾ ਹੋਰ ਖਾਨ ਸ਼ੇਰ ਨਾਲ ਸਕੈਸ਼ ਖੇਡਦਾ। ਇਹੋ ਜਿਹੇ ਕੰਮਾਂ 'ਚ ਹੀ ਪਿਆ ਮੁੰਡਾ ਤੇਰਾ ਤੇ ਉਤੋਂ ਨਾਮ ਮੁਰਾਦ ਰਾਣਾ ਸਾਹਿਬ ਦਾ ਬਿਲੀਅਰਡ ਕਲੱਬ ਬਦਨਾਮ ਕਰਨ ਡੇ ਆ। ਓਏ ਸਦਾਦਿਆ ਬੋਲਦਾ ਨਹੀਂ, ਉਹ ਮੇਰੇ ਸਿਰ ਦੇ 'ਚ ਖੇ ਪਵਾਤੀ ओहो ये ना करे, ये ना करे। ਐਡੀ ਨੇਕ ਮਾਂ ਦਾ ਪੁੱਤਰ ਹੋ ਕੇ। ਆਪਾਂ ਜੂਆ ਨਹੀਂ ਸੀ ਖੇਡਿਆ, ਉੱਥੇ ਉਂਝ ਹੀ ਗਿਆ ਸਾਂ ਵੇਖਣ ਵਾਸਤੇ ਕਿ ਕੀ ਕਰਨ ਡਿਆ। ਸਿਰ ਵੇਖੋ ਇਹਦਾ ਖੇ ਪੈ ਸਕਦੀ, ਖਲੋ ਸਕਦੀ ਖੇ। ਜਨਾਬ ਸਾਹਿਬ ਗੱਲ ਇਹ ਵੇ ਕਿ ਇਹ ਤੁਸੀਂ ਦੂਜੇ ਪਾਸੇ ਵੇਖੋ ਕਿ ਸਾਰੇ ਪਿੰਡ ਦੇ ਮੁੰਡੇ ਸ਼ਕੂਰਾ ਜਿਹੜਾ ਹੀ ਉਹਨਾਂ ਦਾ ਮਲਕਾਂ ਦਾ ਤੇ ਉਹਨਾਂ ਦਾ
2 ਵਾਰੀ ਉਹਨੂੰ ਥਾਣਿਓਂ ਛਡਾ ਕੇ ਲਿਆ ਜੇ ਚੌਰੀ ਤੁਹਾਡੇ ਸਾਹਮਣੇ ਬੈਠਾ ਹੈ ਤਰਲੇ ਕਰ ਕਰਕੇ ਪੱਗ ਰੱਖ ਕੇ ਐਸਐਚਓ ਦੇ ਪੈਰਾਂ 'ਚ ਲੈ ਕੇ ਆਇਆ ਜੇ ਕਿਉਂਕਿ ਉਹ ਇਹਦੇ ਸਪੋਰਟਰ ਨੇ ਤੇ ਮੁੰਡੇ ਉਹਨਾਂ ਦੇ ਵੇਖੋ ਕਿੱਡੇ ਖਰਾਬ ਜਿੱਦਣ ਦਾ ਬਿਲੀਅਰਡ ਰੱਖਿਆ ਰਾਣਾ ਸਾਹਿਬ ਨੇ ਸਾਰੇ ਉੱਥੇ ਬੈਠੇ ਹੁੰਦੇ ਨੇ ਬਾਊ ਜਨੇਦ ਜਿਸ ਸਨੋਕਰ ਕਲੱਬ ਦਾ ਕਹਿ ਰਹੇ ਆ ਨਾ ਕਿ ਜੀ ਉਹ ਕਾਰੋਬਾਰ ਹੈ, ਨਹੂਸਤ ਹੈ, ਅਜਾਬ ਹੈ। ਜਿਹੜੇ ਮੁੰਡੇ 7 ਵਜੇ ਤੋਂ ਬਾਅਦ ਸ਼ਾਮੀ ਘਰੋਂ ਨਹੀਂ ਸੀ ਨਿਕਲਦੇ, ਰਾਤ ਦੇ 12 1 ਵਜੇ ਤੱਕ ਇਹਦੇ ਕਲੱਬ 'ਚ ਬੈਠੇ ਰਹਿੰਦੇ ਆ। ਜਾਣਦੇ ਹੋ ਚੌਰੀ ਸਾਹਿਬ ਬੇੜਾ ਗਰਕ ਸਾਰੇ ਪਿੰਡ ਦੇ ਕਾਰੋਬਾਰ ਦਾ ਸਾਰੇ ਪਿੰਡ ਦੀ ਵਾਈ ਬੀਜੀ ਦਾ ਬੇੜਾ ਗਰਕ ਤੁਹਾਂ ਆਪ ਘਰ ਛੱਡੇ ਆ। ਉਹ ਕਿਦਾਂ? ਖਾਦ ਦਾ ਡਿਸਟ੍ਰੀਬਿਊਟਰ ਬਣਾਤਾ ਨੇ ਆਪਣੇ ਕਿਸੇ ਲੈਣ ਲੱਗਦੇ ਲਾਣੇ ਨੂੰ ਖਾਦ ਲੱਭਣ ਨਹੀਂ ਡਈ। हाँ जुनैद साहब बेड़ा गर्क हो गया एक वाई बीजी का भी। अब वाई बीजी तो हमारे मुल्क की शान होती थी। मेन कारोबार ही वाई बीजी था पाकिस्तान का और खास तौर पे पंजाब का। यूरिया की बोरी 600 क्रॉस कर गई है। अब देखो ना जरा मेरा मतलब है कि यूरिया ना हो गया सुपर पेट्रोल हो गया। ਉਹ ਤਾਇਆ ਜਿਹਨਾਂ ਮੁੰਡਾ ਨੇ ਖੇਤੇ ਜਾ ਕੇ ਪਾਣੀ ਦੇਣਾ ਸੀ ਉਹ ਤੇ ਬਿਲੀਅਰਡ ਤੇ ਖਲੋਤੇ ਉਹ ਨੇ। ਬੜੇ ਤੋਂ ਪਹਿਲੇ ਪਾਣੀ ਲਾਉਂਦਾ ਫਿਰਦਾ ਹੈ। जुनैद साहब इधर देखो जनाब ਖਾਦ ਹੀ ਨਹੀਂ ਮਿਲਦੀ ਜੀ ਮੈਂ ਸਾਰੀ ਜ਼ਮੀਨ ਵੇਚਤੀ ਫਿਰ 7 ਮਰਲੇ ਹੀ ਵਾਈ ਮੇਰੀ ਬੀਜੀ ਦਾ ਬੇੜਾ ਗਰਕ ਹੋ ਗਿਆ ਮੁੰਡੇ ਵਿਹਲੇ ਬੈਠੇ ਭੈੜੇ ਕੰਮਾਂ ਸੋਚਦੇ ਟੁਰ ਪੈਂਦੇ ਆ। ਇਹ ਰਾਣਾ ਸਾਹਿਬ ਨੇ ਬੜੀ ਉੱਚੀ ਸੋਚ ਇਹਨਾਂ ਦੇ ਇਹ ਕਿੱਥੇ ਉੱਥੋਂ ਤੱਕ ਰਪੜਨ। ਰਾਣਾ ਸਾਹਿਬ ਨੇ ਸੋਚਿਆ ਕਿ ਅੱਬਾ ਜਾਨ ਮੈਨੂੰ ਕਹਿਣ ਲਗੇ अब्बा जान मैंने कहा जी बेटे आप फरमाएं हुक्म करें। कहने लगे अब्बा जान आपके गांव के साथ मुझे मोहब्बत हो गई क्योंकि मैं आपके गांव का अब दामाद बन चुका हूँ इसलिए मैं चाहता हूँ कि गांव के नौजवानों के किरदार कुशी से बचाऊं मैं। तो मैं क्या पुत्र जी ये आप क्या अल्फाज आज माशाल्लाह सूफी तबस्सुम साहब वाले बोल रहे हैं। कहने लगे वो कौन ने सूफी साहब फिर मैं दसिया मैं पुत्र बहुत बड़े उस्ताद होए ने। हाँ मैं तो अहले इल्म है चोई साहब। ਹਾਂਜੀ ਹਾਂਜੀ ਦੋਵਾਂ ਨੇ ਬਹਿ ਕੇ ਅਸੈਂਬਲੀ ਲਾਈ ਹੁੰਦੀ ਹੈ ਜੀ ਬਸ। ओ खलो जा तू ਆ ਜਿਹਦੀਆਂ ਤਾਰੀਫਾਂ ਕਰਦੇ ਆ ਜੀ ਨਾ ਨਹਿਮਤੁੱਲਾ ਪਹਿਲੀ ਵਾਰੀ ਲਾਲ ਰੰਗ ਦੀ ਪੀਸ ਵੇਖ ਕੇ ਕਹਿੰਦਾ ਮੋਤੀਚੂਰ ਦੇ ਲੱਡੂ ਲਾਲ ਵੀ ਆ ਰਹੇ ਆ। ਦੰਦੀ ਮਾਰੀ ਉਦੋਂ ਦੀਆਂ 2 ਦਾੜਾਂ ਨਹੀਂ ਚੱਲ ਰਹੀਆਂ। जुनैद साहब कहन लगे कि मुआशरा खराब हो जाना बिगड़ जाना सारे पिंड ने ते फटाफट को ऐसी थां बना दियां इन्हां नूं मैं कि मुंडे वेले बह के ते कोई गलत सोचा ना सोचण। नहीं तो उसमें से पैसा नहीं कमा रहे आपके दमादे आला ਇਹ साहब ਤਾਂ है। ਬਿਮਾਰੀ ਇਹਨਾਂ ਨੂੰ ਇਹਨਾਂ ਦਾ ਸਾੜਾ ਕਾਦਾ ਜੀ ਇਹ ਜਦੋਂ ਵੇਂਦੇ ਨਾ ਰਾਤੀ ਥੈਲਾ ਭਰ ਕੇ ਤੇ हाँ, असल बात आप भी करें ना आप ऐसे कह रहे हो कि जैसे वहां बड़ा कोई वेलफेयर सेंटर खोल ਮੈਂ दिया दमाद ने। ਪੈਸੇ ਤੇ ਜ਼ੋਰ ਨਹੀਂ ਦਿੰਦਾ ਖਸ਼ ਜਿੰਨਾ ਕਦਰ ਨਾ ਮੈਂ ਜਨਾਬ ਦੇਖੋ ਨਾ ਮਾਸ਼ਾਅੱਲਾ ਜਿਹੋ ਜੀ ਆਵਾਜ਼ ਹੈ ਪੈਸਾ ਤੇ ਇੱਥੋਂ ਹੀ ਕਮਾ ਸਕਦੇ ਹਾਂ। ਕੋਈ ਕਣਕ ਦੇ ਜਾਂਦਾ ਗੇਮ ਲਾ ਕੇ ਕੋਈ ਆਪਣਾ ਆਲੂ ਦੇ ਜਾਂਦਾ। ਮੈਂ ਪੈਸੇ ਨੂੰ ਨਹੀਂ ਮੈਂ ਪੈਸੇ ਤੇ ਨਹੀਂ ਜਨਾਬ ਮੰਗਦਾ। ਸਾਹਿਬ ਇਹਨਾਂ ਦੀਆਂ ਨਜ਼ਰਾਂ 'ਚ ਐਵੇਂ ਹੀ ਆ ਗਏ ਨੇ ਰਾਣਾ ਸਾਹਿਬ। ਹੁਣ ਦੇਖੋ ਨਾ ਉੱਥੇ ਜਦੋਂ ਬਿਲੀਅਰਡ ਖੇਡਦੇ ਨੇ ਤੇ 30 ਰੁਪਏ ਦੀ ਵਾਰੀ ਏ ਤੇ ਮੇਰਾ ਮਤਲਬ 10 ਦੇ ਲੋਟ ਮੁੰਡੇ ਬਹੁਤੇ ਦੇ ਜਾਂਦੇ ਨੇ ਥੈਲਾ ਭਰ ਕੇ ਘਰ ਖੜਿਆ ਨੇ ਤੇ ਪੌਣੇ 400 ਰੁਪਇਆ ਬਣਿਆ ਟੋਟਲ। ਭਾਈਆ ਮੇਰੀ ਜ਼ੁਬਾਨ ਵੱਡੀ ਜਾਵੇ ਮੈਂ ਬਟ ਤੇਰੇ- ਆਮੀਨ ਪੁੱਤਰ ਆਮੀਨ ਇਹ ਵੱਡੀ ਜਾਏ ਤੇ ਚੰਗੀ ਏ। ਮੈਂ ਤੇਰੇ ਅੱਗੇ ਨਹੀਂ ਬੋਲ ਸਕਦਾ ਭਾਈਆ ਲੇਕਿਨ ਬੱਚੇ ਨਹੀਂ ਜਾ ਰਹੇ ਸਕੂਲ ਦੇ ਚ ਬਿਲੀਅਰਡ ਦੇ ਇਰਦ ਗਿਰਦ ਖਲੋਤੇ ਰਹਿੰਦੇ ਨੇ। ਉਹ ਕਿਹੜਾ ਸਕੂਲ ਵਾਲਾ ਬੱਚਾ ਬਿਲੀਅਰਡ ਤੇ ਆਂਦਾ ਜੁਨੈਦ ਸਾਹਿਬ ਬਰਬਾਦ ਹੋ ਰਹੀ ਤਲੀਮ। ਐਡਾ ਦੇ ਬਿਲੀਅਰਡ ਉੱਚਾ ਏ ਤੇ ਉੱਥੇ ਕਿਹੜਾ ਸਕੂਲ ਦਾ ਬੱਚਾ ਚੰਗੇ ਬਲੇ ਸਿਆਣੇ ਬਿਆਣੇ ਮੁੰਡੇ ਜੁਨੈਦ ਜੀ। ਉਹ ਇਹ ਆ ਨਵੀਂ ਮਾਸਟਰ ਫਰਿਆਦ ਮੈਨੂੰ ਸਵੇਰੇ ਮਿਲਿਆ ਉਹਨੇ ਮੇਰੀ ਉਹ ਉਹ ਬੇਇੱਜ਼ਤੀ ਮੈਨੂੰ ਗੱਲ ਸੁਣ ਚਾਚਾ ਰਾਤ ਨੂੰ 7 ਵਜੇ ਡਰ ਆਉਂਦਾ ਸੀ ਪਿੰਡੋਂ ਡਰ ਆਉਂਦਾ ਸੀ ਕਲੱਬ ਬਣਨ ਤੋਂ ਪਹਿਲਾਂ। ਉਹ ਹੁਣ 11 ਵਜੇ ਉੱਥੇ ਬੱਤੀ ਬਲਣ ਹੁੰਦੀ ਕਿਸੇ ਦੀ ਜ਼ਰੂਰਤ ਨਹੀਂ ਪਿੰਡ 'ਚ ਆਉਣ ਦੀ। ਅੱਲਾ ਦੀ ਰਹਿਮਤ ਨਾਲ ਐਡਾ ਬਲਬ ਲਵਾਇਆ ਹੈ ਰਾਣਾ ਸਾਹਿਬ ਨੇ। ਪਹਿਲੇ ਛੋਟਾ ਲਵਾਇਆ ਸੀ ਤੇ ਚੁੱਕੇ ਆਪ ਕੋਲ ਬੈਠੇ ਹੁੰਦੇ ਹਨ ਤੇ ਚਮਕ ਸਹੀ ਪਈ ਮੇਜ਼ ਤੇ ਫਿਰ ਇਸ ਵਾਸਤੇ ਵੱਡਾ ਬਲਬ ਹੁਣ ਲਵਾਇਆ ਨੇ ਤੇ ਜਗਮਗ ਕਰਨ ਦੇ ਆ ਜਿੱਥੇ ਹਨੇਰੇ 'ਚ ਬਹਿ ਕੇ ਬੱਚੇ ਸਿਗਰਟਾਂ ਪੀਂਦੇ ਹਨ ਤੇ ਬੱਚੇ ਆਰੇ ਵੀ ਲੱਗ ਗਏ ਨੇ ਸਾਰੇ। ਉਹ ਭਾਈਆ ਚੌਂਕ ਜਗਮਗ ਕਰਨ ਡਿਆ ਬੱਚਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਅੰਧੇਰਾ ਹੋਣ ਡਿਆ। ਉਹ ਕਿਹੜੀਆਂ ਜ਼ਿੰਦਗੀਆਂ 'ਚ ਹਨੇਰਾ ਕਿਹੜੀ ਇੱਥੇ ਪਾਊਡਰ ਵੇਚਣ ਡਏ ਨੇ ਰਾਣਾ ਸਾਹਿਬ। ਜੁਨੈਦ ਸਾਹਿਬ ਇਹਨਾਂ ਨੂੰ ਬਿਮਾਰੀ ਏ ਵੇ। ਰਾਣਾ ਸਾਹਿਬ ਰੱਬ ਦੀ ਰਹਿਮਤ ਨਾਲ ਜਿਹੜਾ ਕੰਮ ਸ਼ੁਰੂ ਕਰਦੇ ਨੇ ਉਹਦੀ ਲਾਲਾ ਹੋ ਜਾਂਦੀ ਹੈ। ਉਹ ਜੀ ਫਿਰ ਅੱਜ ਰਾਤ ਨੂੰ ਫੱਟਾ ਲਾ ਕੇ ਵਿਖਾਓ ਤੁਸੀਂ ਫਿਰ। तो यार धमकियों पे क्यों उतर आए हैं? ਚਲੋ ਕੋਈ ਗੱਲ ਨਹੀਂ ਜਿੱਤੇ ਜੀ ਸਹੀ ਜੁਨੈਦ ਜੀ ਲੈ ਪੁੱਤਰਾ ਚ ਫੱਟਾ ਵੀ ਲੱਗਣਾ ਹੀ ਤੇ ਸਰਾਣੇ ਰਾਣਾ ਸਾਹਿਬ ਨੇ ਫਿਰ ਕਾਲੇ ਗੋਗਲ ਲਾ ਕੇ ਖਲੋਤੇ ਆਉਣਾ ਹੀ ਤੇ ਮੈਂ ਵੀ ਉੱਥੇ ਹੀ ਆ
ਆਈ ਸਹੀ ਉਧਰ ਜੇ मैं तेरे गाटे ते डांगा ना मारियां तो तांगा और लड़ाई वाली बात ना करें यार, कोई दरमियानी रास्ता निकाल लें। देखिए अगर उनके इस बिजनेस से कोई कबातें जन्म ले रही हैं, कोई मसाइल पैदा हो रहे हैं, तो आप ठीक तरह से बात करें, एड्रेस करें। ਪਿੰਡ ਦਾ ਸਾਰਾ ਖਾਨਾ ਖਰਾਬ ਹੋ ਗਿਆ, ਪਿੰਡ ਦੇ ਕਾਰੋਬਾਰ ਦਾ ਵਾਈ ਬੀਜੀ ਦਾ ਖਾਦ ਤੁਹਾਡੀ ਜਿਹੜੀ ਹੋਰ ਹੈ ਕਿੱਥੇ ਟੁਰ ਗਈ ਹੈ ਬਗੈਰ ਖਾਦ ਪਾਣੀ। ਜੁਨੈਦ ਜੀ ਇੱਧਰ ਵੇਖੋ, ਉਹ ਮੇਰੀ ਜਾਨ ਬਿਜਲੀ ਦਾ ਬਿੱਲ ਵੇਖੋ ਕਿੱਥੇ ਪਹੁੰਚ ਗਿਆ। ਕੌਣ ਚਲਾਵੇ ਟੂਲ? ਟੂਲ ਐਵੇਂ ਚੱਲਦੇ ਨੇ, ਦੱਸੋ ਬਈ। है वैसे आपके पास अपना ट्यूबवेल है? ਨਹੀਂ ਮੇਰਾ ਮਤਲਬ ਇਹ ਟੂਲ ਸਾਡਾ ਤੇ ਕੋਈ ਨਹੀਂ, ਸਾਡੇ ਤੇ ਬਿਜ਼ਨਸ ਹੋਰ 36 ਬਿਜ਼ਨਸ। ਅਸੀਂ ਹੁਣ ਮੇਰੀ ਵਾਈ ਬੀਜੀ ਵਾਲ ਧਿਆਨ ਕਰਕੇ ਤੇ ਬਾਕੀ ਬਿਜ਼ਨਸ ਬੰਦ ਕਰਾ ਲਈਏ। अच्छा, और भी हैं बिजनेस? ਜੁਨੈਦ ਜੀ ਸਾਡੇ ਖਰਚੇ ਪੂਰੇ ਹੁੰਦੇ ਜੇ ਮਾਸ਼ਾਅੱਲਾ, ਸਾਰਿਆਂ ਨਾਲ ਤਗੜਾ ਪਿੰਡ ਦਾ ਖਾਨਦਾਨ ਏ। ਇਸ ਤਰ੍ਹਾਂ ਨੇਰੇ ਬਿਲੀਅਰ ਨਾਲ ਤਾਂ ਨਹੀਂ ਖਰਚੇ ਪੂਰੇ ਹੁੰਦੇ। ਹੋਰ 36 ਕੰਮ ਨੇ ਰਾਣਾ ਸਾਹਿਬ ਦੇ। ਬਿਲੀਅਰ ਵਾਲੀ ਮੇਜ਼ ਦੇ ਨਾਲ ਹੀ ਮੂੜੀਆਂ ਵਾਲੀ ਰੇਹੜੀ ਲਾਈ ਹੁੰਦੀ ਨੇ। ਹਰ ਮੂੜੀ ਮਾਸ਼ਾਅੱਲਾ ਵੱਖਰਾ ਫੁੱਲ ਨਜ਼ਰ ਆਣ ਡਿਆ ਹੁੰਦਾ। ਇਹੋ ਜਿਹਾ ਕਾਲਾ ਨਿਮਕ ਮਾਲਕ ਦਿੰਦੇ ਨੇ, ਗਾਹਕ ਜਿਹੜਾ ਉਹ ਰੁਪਈਆ 2 ਵੱਧ ਹੀ ਦੇ ਕੇ ਜਾਂਦਾ ਹੈ। ਕੋਈ ਇੱਕ ਬਿਜ਼ਨਸ ਹੋਵੇ ਤੇ ਦਸੀਏ, ਪਰ ਅੱਲਾ ਦੀ ਰਹਿਮਤ ਨਾਲ ਖੋਤੀ ਰੇੜੀ ਦੀ ਡੈਕੋਰੇਸ਼ਨ ਦਾ ਫਟਾ ਵੀ ਲਾਇਆ। ਗਾਨੀਆਂ ਤੇ ਘੁੰਗਰੂ ਤੇ ਪਜੇਬਾਂ। ਅਬ ਈਦ ਦੇ ਦਿਨ ਜੋ ਨੇੜੇ ਆਉਂਦੇ ਨੇ, ਵੱਡੀ ਈਦ ਦੇ ਤੇ ਕਾਰੋਬਾਰ ਜਾ ਛੱਤ ਨੂੰ ਵੱਜਦਾ ਜੀ। ਗਾਨੀਆਂ ਹੀ ਲੈ ਲਿਆਂ ਵਾਸਤੇ, ਬੱਕਰਿਆਂ ਵਾਸਤੇ ਲੋਕੀ ਲੈ ਦੇ ਜਾਂਦੇ। इतने कारोबार करते हैं तो इनको लाहौर चैम्बर का इलेक्शन ही लड़वा दें। ਉਹ ਜੁਨੈਦ ਜੀ ਉਹ ਤੇ ਫਿਰ ਹੌਲੀ ਹੌਲੀ ਹੈ ਨਾ, ਸ਼ਹਿਰ ਰਹੀਏ ਜਾਂਦੇ ਕੋਈ ਨਹੀਂ ਕਿ ਪਿੱਛੋਂ ਪਿੰਡ ਕੌਣ ਸਾਂਭੇਗਾ। ਬਦਲਾ ਦੇ ਸਾਰਾ ਇੰਨਾ ਜਿਨ੍ਹਾਂ ਦੇ ਘਰ ਭਰੇ ਉਹਨਾਂ ਦਾ ਨਿਕਲਣਾ ਮੁਸ਼ਕਲ। ਵਰਨਾ ਮੈਂ ਤੁਹਾਨੂੰ ਕੀ ਦੱਸਾਂ ਕਿ ਡਾਂਗ ਤੇ ਗੱਟਾ ਲਾ ਕੇ ਤੇ ਟੁਰ ਜਾਣ ਸ਼ਹਿਰ ਵੱਲ ਨੂੰ। ਕੌਣ ਡੱਕ ਸਕਦਾ ਜੀ ਇਹਨਾਂ ਦਾ ਬਿਜ਼ਨਸ? ਕੋਈ ਨਹੀਂ, ਬਸਲਾ ਨਾ ਬਿਠਾਵੇ, ਮੈਂ ਤੁਰ ਕੇ ਜਾ ਸਕਣਾ, ਲੱਤਾਂ ਮੇਰੀਆਂ ਕੰਮ ਕਰਦੀਆਂ। ਧਾਰੀ ਜ਼ਿੰਦਗੀ ਪੈਦਲ ਟੁਰੇ ਨੇ, ਕੋਈ ਐਸੀ ਕਿਹੜੀ ਗੱਲ ਹੈ? ਇਹਦੇ ਖਾਲੀ ਹੱਥ ਟੁਰ ਜੇ ਜੁਨੈਦ ਸਾਹਿਬ, ਰਾਣਾ ਸਾਹਿਬ ਖਾਲੀ ਹੱਥ ਟੁਰ ਜੇ ਲਾਰੀ ਅੱਡੇ, ਚੁੱਕ ਸਵਾਰੀਆਂ ਦੇ ਸੰਦੂਕ ਚਾੜੀ ਜਾਏ ਛੱਤ ਤੇ ਬੱਸਾਂ ਦੀ। ਮੇਰਾ ਮਤਲਬ ਹੈ ਕੌਣ ਮੋੜਨ ਵਾਲਾ ਜੀ, ਦੱਸੋ ਮੈਨੂੰ। ਔਰ ਅੱਲਾ ਦੀ ਰਹਿਮਤ ਨਾਲ ਇੰਨੀ ਫੁਰਤੀ ਸਮਾਨ ਮੈਂ ਚੜਾ ਦੇਣਾ, ਸਵਾਰੀ ਭਾਵੇਂ ਦੂਸਰੀ ਬੱਸ 'ਚ ਬਹਿ ਜੇ। ਤੇ ਰੱਬ ਦੀ ਰਹਿਮਤ ਨਾਲ ਕਦੀ ਮੂੰਹ ਨਹੀਂ ਜੇ ਕਹਿਣਾ ਪਿਆ ਕਿ ਕੋਈ ਮਜ਼ਦੂਰ ਚਾਹੀਦਾ ਦੱਸੋ। ਨਹੀਂ ਜੀ, ਅਗਲੇ ਸ਼ਕਲੋਂ ਹੀ ਪਛਾਣ ਜਾਂਦੇ ਨੇ ਕਿ ਇਹ ਨਹੀਂ ਚੁੱਕਣਾ ਬਾਹਰ। ਤੁਸੀਂ ਹੱਸਣ ਦੇ ਹੋ ਬਾਊ ਜੀ, ਚਾਚਾ ਮੇਰਾ ਸਹੀ ਆਂਦਾ। ਇੱਕ ਵਾਰ ਮੈਂ ਫੁੱਲ ਟਿਕਟ ਲਈ ਹੀ ਮਰੀ ਚੱਲਿਆ ਹਾਂ, ਮੈਂ ਕਿਹਾ ਸੈਰ ਕਰ ਗਈ, ਮੈਂ ਅਗਲੀ ਸੀਟ ਤੇ ਬੈਠਾ ਤਾਂ ਉਹ ਬੰਦਾ ਆਇਆ, ਕਹਿੰਦਾ ਉਹ ਇੱਥੇ ਬੈਠਾ, ਆ ਸਮਾਨ ਤੇਰੇ ਪਿਓ ਚੜਾਉਣਾ ਛੱਤ ਤੇ। यहाँ मिल लेना एक छोटा सा वक्फा, हमारे साथ रहिएगा। कौमी बीमारी कौन सी है? खांसी। जब ये बात मुख्तलिफ सोशोलॉजिस्ट से पूछी गई तो उनका एक ही जवाब था कि हमारी जो कौमी बीमारी है वो सुस्ती है। भाईजान, हमारा कौमी खेल कौन सा है? हाकी। कौमी फूल कौन सा है? चंबेली। कौमी बीमारी कौन सी है? खांसी। जब ये बात मुख्तलिफ सोशोलॉजिस्ट से पूछी गई तो उनका एक ही जवाब था कि हमारी जो कौमी बीमारी है वो सुस्ती है। बहुत अच्छे। अब आप इसके जवाब में कहेंगे नहीं हम तो बड़ी मेहनत कश कौम है। नहीं ये बिल्कुल इतनी नहीं। बड़ी गलत फहमी है ना, जिसका हम शिकार है, पूरी कौम ही इसका शिकार है कि हम बड़ी मेहनत कश कौम है। कोई मेहनत कश कौम नहीं है, हम परले दर्जे के सुस्त हम लोग हैं। अब ये बिल्कुल ठीक बात है। अगर आप अपनी ज़िंदगियों का मवाजना करें ना यूरोपियंस के साथ, अमेरिकन के साथ, अगर उन्हें मुल्क जिन लोगों ने तरक्की की हुई है उनके साथ करें तो आप इस नतीजे पे पहुंचते हैं कि मुकाबला बनता ही नहीं है। हम बहुत कहते हैं जी बड़ी मेहनत करते हैं, फलां जगह बड़ी मेहनत करते हैं, सुबह जाते हैं रात को आते हैं। सुबह जाते हैं रात को आते हैं, उसमें से आप जो हार्डकोर काम है उसके घंटे निकालने कितने हैं? तो वो आपको, अगर आप घर से बाहर हसूल रिज़्क़ के लिए, रिज़्क़ की तलाश के लिए निकले हुए हैं, तो आप देखते हैं कि मैं तो 12-14 घंटे घर से बाहर रहा हूँ काम के लिए, लेकिन हार्डकोर काम कितनी देर किया तो 3 या 4 घंटे भी नहीं बनते होंगे। हाँ जी। आप अपना आम तौर पे देख लें कि आपने घर में किसी कारीगर को लगाया हुआ है, मजदूर को लगाया हुआ है, मिस्त्री को लगाया हुआ है, तो ज़रा उसके जो वर्किंग आवर्स हैं या वर्किंग मिनट्स हैं वो नोट करें, और जो उसका टाइम स्पेंड है वो नोट करें कि वो आपके पास रहा कितनी देर है। सुबह 9 से 5 बजे तक रहा है, लेकिन उसमें से उसने काम कितना किया है। तो आप ये जान के शर्मिंदा होंगे
کہ ہر بندے کا یہ حال ہے, ہمارا اپنا بھی یہی حال ہے. بھائی بات یہ ہے کہ کوئی میرا خیال ہے کوئی سائیکیٹرسٹ یا کوئی ایسا ہوگا دانشور جو کہتا ہے کہ آپ نے کسی ملک کی ہارڈ ورکنگ یا اس کی ترقی دیکھنی ہے جی جی یا اس کی محنت دیکھنی ہے تو آپ کسی فٹ پاتھ پہ یا پلیٹ فارم پہ لوگوں کے عوام کے پاؤں کی طرف دیکھیں, قدم دیکھیں, وہ جتنی تیزی سے اٹھ رہے ہیں اتنی وہ قوم جو ہے وہ تیزی سے ترقی کر رہی ہے. چینیوں کو دیکھ لیں, چینیوں کو کسی پلیٹ فارم ساڈے تے پلیٹ فارم تے تین اتنے بینچ تے ستے نے, ایک بینچ دے تھلے وڑ کے ستا ہے, ایک پران پیر اتنے رکھ کے بینچ تے بیٹھا ہے سگٹ لا کے, ایک بار بار لائن وال ویکھ کے کہہ رہے ہلے ادھا گھنٹہ لیٹ ہے. آدھا گھنٹہ لیٹ ہے. میرا مطلب ہے فرینکلن کا نام آپ نے سنا ہوگا, امریکہ کا اب میرا کلاس فیل ہوتا ہے یار, بات کرتا ہوں اس کا کام عقل و دانش, اور تم اسی سے تو پتہ چلتا ہے کہ وہ میرا کلاس فیل ہوتا ہے. وہ یہ کہتا ہے کہ پرسکون زندگی میں اور سست زندگی میں زمین آسمان کا فرق ہے. کہتا ہے سونے کے لیے تو قبر میں ساری عمر پڑی ہے بات میں. بڑا تاریخی جملہ ہے اس کا. اور آپ یہ دیکھیں کہ ہم یہ سمجھتے ہیں کہ پرسکون زندگی ہے, یہ جو ہم کام نہیں کرتے تو ہم فراغت کی زندگی بڑی مزے کی زندگی ہے, لیکن وہی فراغت جو ہے وہ بعد میں آپ کے لیے کتنی تکلیف کا باعث بنتی ہے. یار پونی قوم تو ہماری جو ہے اس کی کنٹینیوٹی یہ ہے, اور کھانیاں تے 2 روٹیاں ہی نہیں, چھٹ پرا بہو 2 روٹیاں تو مل ہی جاتی ہیں. نہیں جی تہاڈی گل نہیں کر رہا, تانوں تے کہندے نے کہ کھانیاں تے 50 روٹیاں نہیں, اٹھ کم کر. ہم سستی کے لیے نا, سستی کا دفاع کرنے کے لیے بعض بڑے لوگوں کے جو طنزیہ جملے ہیں نا وہ ان کا سہارا لیتے ہیں. مثلا بل گیٹس کی کوٹیشن زندگی کے بارے میں کام کے حوالے سے بہت مشہور ہیں. اچھا, اس نے ایک طنزیہ کہا تھا کہ میں ہر مشکل کام کے لیے سست ترین بندے کی تلاش کرتا ہوں, کیونکہ سست بندہ جو ہوتا ہے وہ ہر کام کا شارٹ کٹ تلاش کر لیتا ہے. اچھا, یہ اس نے طنزیہ کہا تھا. واہ واہ. اور اس کے بعد ہم نے کہا کہ ہر اوکھا کام جو ہے وہ کسی چرسی کو دے دو. ایسا نہیں ہے یار ایمان سے میں سوچتا ہوں کہ یہ جو بڑے بڑے لوگ ہوتے ہیں ان کی سوچ میرے سے کتنی ملتی ہے. میں کسی وقت اللہ معاف کرے ڈر جاتا ہوں. اچھا, پھر ہم اپنی سستی کو نا ایک اور بات سے بھی کنفیوز کرتے ہیں کہ دنیا کے جتنے بڑے بڑے لوگ ہیں نا, بڑے بڑے دماغ جو ہیں نا, وہ بڑی سست روی سے ہی کام کرتے تھے, وہ بڑا آرام سے کام کرتے تھے, وہ جلد بازی کا شکار نہیں ہوتے تھے. یہ بالکل یہ جو تخلیقی لوگ ہوتے ہیں نا, یہ ان کی زندگیوں کا معاملہ ہے. جو بڑے بڑے مصور, جیسے کہتے ہیں مونا لیزا کی تصویر ہے, وہ اتنے سالوں میں مکمل ہوئی, لیکن اتنے سالوں میں مونا لیزا کی تصویر کو نہیں چپکا رہا تھا, باقی کام بھی کر رہا تھا. اصل میں دیکھیں مشتاق احمد یوسفی صاحب نے جو اپنی شورۂ آفاق زرگزشت ہے جب لکھی تھی تو غالباً 1971 میں شروع کی تھی. وہ کہتے ہیں کہ میں ایک مضمون لکھ کے نا زرگزشت کا جب شروع کی نا میں نے, تو کہتے ہیں کہ میں اپنا ایک مضمون لکھ کے مضمون کی پیل ڈال دیتا تھا, جیسے آموں کی پیل نہیں ڈال دیتے. کہتے تھے میں پھر اس کو کچھ عرصے تک نہیں پڑھتا تھا, پھر اس کو جب میں کچھ عرصے بعد دوبارہ خود پڑھتا تھا تو مجھے لگتا تھا کہ یہ چھپنے کے قابل ہے یا نہیں ہے, پھر میں اس کا انتخاب کرتا تھا. تو یہ سستی نہیں ہے, یہ کام کرنے کا سٹائل ہے. جو بڑے بڑے لوگوں, جو بڑے بڑے جو گریٹ مائنڈز ہیں نا, برینی لوگ جو ہیں, یہ ان کا کام ہے. جہاں پر ہم کام کی بات کرتے ہیں, جو ڈیلی روٹین کا کام ہے, اس میں تو ہمیں یہ دیکھنا چاہیے کہ یار میں 10 گھنٹے اس کام پہ صرف کر رہا ہوں, تو میں اس میں سے ہارڈ کور کام کتنی دیر کروں گا. میں وہی کام 4 گھنٹے میں بھی مکمل کر سکتا ہوں, لیکن نہیں کرتے ہم. ایک بڑے بندے کا قول ہے کہ کاہلی ہمیشہ آپ کو دلکشی دیتی ہے. مزہ آتا ہے نا کاہلی میں, سستی میں, لیکن کام جو ہے نا, چستی کہہ لیں, وہ آپ کو سکون دیتا ہے. ہم یہ سمجھ رہے ہوتے ہیں کہ سستی اور کاہلی ہمیں سکون دیتی ہے, کام آپ کو سکون دے رہا ہوتا ہے. وہ تو نشہ ہے, سستی تو نشہ ہے, لگ جائے تو پھر بیٹھے ہوئے ہیں. باؤ جی ہمارے لوگ تو شروع سے ہی دکان پہ لکھ دیتے ہیں یہاں کام تسلی بخش کیا جاتا ہے. انہوں کڑی ٹھیک کرنے واسطے دیو, کہندا ہفتے بعد آ کے لے جانا. ہفتے بعد جاؤ تو کہندا 3 دن بعد آنا, میں کام تسلی بخش کر رہے ہیں. حالانکہ کڑی جیڑی وہ 5 منٹ ہی ٹھیک ہونی سی, باقی سارا ٹائم انہیں تسلی بخش تے لایا.
یہ جو ہماری سستی ہے نا، اس کے بارے میں انور شعور صاحب کا بہت ہی خوبصورت شعر ہے. تساہل ایک مشکل لفظ ہے، اس لفظ کے معنی. تساہل ایک مشکل لفظ ہے، اس لفظ کے معنی کتابوں میں کہاں ڈھونڈوں، کسی سے پوچھ لوں گا میں. واہ 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 واہ، بہت اچھے. کتاب کھولنا بھی مشکل ہوتا ہے کئی بار. اچھا، میں تو پھر یہ مثال دینے سے بھی بعض دفعہ ڈر جاتا ہوں کہ ہم کہتے ہیں کہ جی ہمارا جو کاشتکار ہے یا جو ہماری دیہی زندگی ہے وہ بہت مشکل ہے. اچھا، خواتین کی حد تک بلکہ میں اس بات پہ قائل ہوں کہ جو دیہاتی خواتین ہیں ان کی زندگی بہت مشکل ہے. اچھا، جو ہمارا کاشتکار ہے، کسان ہے، اس کی زندگی بھی کوئی آسان نہیں ہے. لیکن پھر میں وہی کہوں گا کہ اس کے جو ورکنگ آورز ہیں دنیا میں، جو اگر ہفتہ وار کام کرنے کے گھنٹوں کے حوالے سے دیکھا جائے تو وہ شاید دنیا کے 4-5 ملکوں میں ان کا شمار ہوتا ہو، ہمارے دیہی زندگی کے جو ورکنگ آورز. لیکن اب آپ پھر وہی آپ اندازہ لگائیں کہ وہ صبح گھر سے جاتا ہے کھیتوں میں کام کرنے کے لیے الگ صبح، ٹھیک ہے، اور شام تک کھیتوں میں رہتا ہے. لیکن وہ کام کتنا کرتا ہے وہاں پہ؟ وہ کام کرتا ہوگا، یعنی پانی لگانا ہے اس نے، اس کے بعد اس نے بیٹھ کے حقہ پینا ہے، ٹھیک ہے، اس کے بعد دوپہر کی روٹی کا انتظار کرنا ہے. یہ سارے نہیں میں کہہ رہا، بہت بہت سخت کام بھی کرنے پڑتے ہیں بیچاروں کو. لیکن ان کی جو اکثریت ہے نا، وہ اپنا کھیتوں میں بیٹھ کے کام کرنے کی بجائے وقت ضائع بہت زیادہ کرتے ہیں. بہت زیادہ کرتے ہیں. ہاں جی، محفل لگانے کی عادت ہے نا، یہ ہمارا اصل میں سب سے زیادہ وقت کھاتی ہے. ہاں جی، پونا کو گھنٹہ جڑا پچھلے ہفتے گوگی دا ویاہ آیا سی اودیاں بھی گلاں کرنی نہیں پھر ہویا تیرے نال. بگانے منڈے نال ہی ہو گیا پھر ویکھ لے. اس کے بعد اب جو ایک نئی مصیبت اور عذاب ہے وہ یہ موبائلز آ گئے ہیں. جب سے آپ اپنے گھر میں آپ نے کوئی کام کے مزدور لگائے ہوئے ہیں، یا ویسے بھی آپ ورک پلیسز آفیسز میں دیکھ لیں، اپنے تعلیمی اداروں میں دیکھ لیں کہ جو لوگ ہیں وہ زیادہ تر جو ہیں وہ تعلیم حاصل کرنے کی بجائے، کام کی بجائے، محنت کی بجائے وہ ٹک ٹاک اور فیس بک یوز کر رہے ہوتے ہیں کام کے دوران. اب پوری دنیا میں یہ جو سوشل میڈیا اپلیکیشنز ہیں یہ اتنی استعمال ہو رہی ہوں گی، لیکن کام کے دوران استعمال پہ بہت پابندی ہے. بہت، بلکہ اکثر یورپی ممالک میں تو اس بات پر پابندی ہے کہ فیس بک آپ استعمال ہی نہیں کر سکتے. یعنی یار آپ اپنی فیس بک کو ٹویٹروں پہ اور ادھر ادھر پوسٹ پڑھ کے ہی اندازہ لگا لو کہ ہم کتنے کو عقل مند اور کس فضول کام میں وقت ضائع کر رہے ہوتے ہیں. ایک تو ہوتا ہے نا کہ چلو جاپان کا سنا جی، وہاں ٹیکنالوجی اور سائنس کے حوالے سے، ایجوکیشن کے حوالے سے، نالج کے حوالے سے پوسٹ لگائی جاتی ہیں اکثر سوشل میڈیا کی ہر جگہ پہ. یہاں پہ تو آپ اپنے کسی امریکہ، کینیڈا یا کسی انگلینڈ میں اپنے کسی جاننے والے کو میسج کرتے ہیں کہ فلاں فلاں گپ مارنے کے لیے، اگلا جواب 1 سیکنڈ میں آ جاتا ہے کہ آئی ایم ایٹ ورک. میں نہیں بات ابھی کر سکتا، ہاں بعد میں کروں گا جب میں فارغ ہو جاؤں گا، ابھی نہیں میں بات کر سکتا. ਇੱਥੇ ਹੀ ਜ਼ੁਲਫੀ ਸਲਾਹ ਕਰ ਦਿੰਦਾ ਸ਼ਾਮ ਨੂੰ ਕਿੱਥੇ ਬਹਿਣਾ ਦਿਨੇ ਕਿੱਥੇ ਬਹਿਣਾ ਉਹ ਕੱਲ ਉੱਥੇ ਬਵਾਂਗੇ ਯਾਰ ਬਹਿ ਕੇ ਥੱਕ ਜਾਣਾ ਤੇ ਫਿਰ ਕਿੱਥੇ ਬਹਿਣਾ. ਫਿਰ ਇੱਕ ਦੂਜੇ ਨੂੰ ਪੁੱਛਣਾ ਕਿੱਥੇ ਬੈਠੇ ਹੋ. ਹੁਣ ਤੇ ਬਹਿ ਕੇ ਉੱਠ ਵੀ ਗਲਾਏ, ਚਲੋ ਹੁਣ ਕੱਲ ਬਵਾਂਗੇ. ناظرین یہاں میں لینا ایک چھوٹا سا وقفہ، ہمارے ساتھ رہیے گا. شہد کی مکھی جو ہے وہ ایک دفعہ کاٹتی ہے آپ کو، ٹھیک ہے، لیکن جو بھیڑ ہے وہ ریپیٹڈ اوفینڈر، وہ بار بار آپ کو کاٹتی. اچھا جی، ٹھیک ہے، ہاں. یعنی اس کی پستول میں میگزین بڑا ہوتا ہے. اچھا بچوں، آج ہم زولوجی کی اس کلاس میں ایک ایسی مخلوق کا ذکر کریں گے جس سے ہمیں بہت ڈر لگتا ہے اور اچانک کہیں سے وہ نکل آئے تو ہماری جان جاتی ہے. شیر نہیں، سانپ نہیں، بھیڑ، جس کو ہم پنجابی میں پونڈ بھی کہتے ہیں. ٹھیک ہے، ڈیمو بھی کہتے ہیں، ڈیمو بھی کہتے ہیں، ڈیمو بھی پونڈ، بھیڑ. پنجابی میں کہتے ہیں، لیکن اردو میں اس کو بھیڑ کہتے ہیں اور انگریزی میں اس کو واسپ کہتے ہیں، WASP، واسپ. ٹھیک ہے، اس کی 30,000 سے زیادہ اقسام ہیں. آپ نے دیکھا ہوگا، اگر آپ پیلی بھیڑیں دیکھیں
اس میں بھی بہت زیادہ یعنی فرق ہوتا ہے ان پیلی بھیڑوں میں بھی. پھر آپ نے بلیک کالے کلر میں جو بھیڑ ہوتی ہے بڑے سائز کی ہوتی ہے. تو اس طرح یہ 30,000 سر یہ جو کونڈ ہوتا ہے وہ تو جب ڈنگ مارتا ہے تو سوج پڑ جاتی ہے, تو واسپ بھی ڈنگ مارے تو سوج پڑتی ہے. واسپ بھیڑی ہے نا, واسپ وہ تو انگریزی میں, انگلش ہو گیا نا واسپ. تو وہ انگریزی میں ڈنگ مارتا ہے, ڈنگ اسی طرح مارتا ہے. اچھا میں نے سمجھا شاید دیسی جو ہے اس کی وجہ سے سوج پڑتی ہے. نہیں نہیں سر نہیں, میں آج کے بعد واسپ ہی کہا کروں گا, یہ بھیڑ کہا کہیں گے. واسپ جو ہے وہ بڑے خوبصورت رنگوں میں بھی ہوتا ہے. آسٹریلیا میں کیکوز واسپ ہے جو بلو اور گرین کلر کا ہوتا ہے, انتہا درجے کا خوبصورت. جیسے وہاں کے پیرٹس خوبصورت ہیں تو وہاں کی جو بھیڑیں یا پونڈ ہیں وہ بھی بہت خوبصورت سر جو آسٹریلین واسپ بتایا آپ نے بڑا خوبصورت ہوتا ہے, وہ لڑے تو پھر بھی سویلنگ ہوتی ہے. تقریباً یہ جو 30,000 اقسام ہیں ان میں سے جو زیادہ تر ہیں, ہیوی میجورٹی جو ہے وہ کاٹتی بھی ہے, اور جب کاٹتی ہے تو آپ کو چھٹی کا دودھ یاد آ جائے. تانی بگڑی. اور بلکہ یہ جو ایک جدید ریسرچ ہوئی ہے امریکہ میں, اس کے مطابق اگر بہت زیادہ بھیڑیں آپ کو ایک ہی وقت میں کاٹ لیں تو آپ کو فالج کا حملہ بھی ہو سکتا ہے. ڈیتھ ہوگی جی سر. سیریس, ہاں ہو جاتی ہے. وہ تو بہت بڑی تعداد میں شہد کی مکھیاں بھی اگر حملہ کر دیں تو بھی موت واقع ہو سکتی ہے. شہد کی مکھیوں میں اور واسپ میں یا بھیڑوں میں بہت ساری آپ کو مماثلت نظر آئے گی ان کے رہنے سہنے کا طریقہ, لیکن اس کے ساتھ ہی بہت زیادہ فرق بھی نظر آئے گا. سب سے بڑا فرق تو ہے یہ کہ شہد کی مکھی جو ہے وہ شہد لے کے پھر رہی ہے, یہ خالی ڈنگ لے کے پھر رہی ہے. یہ خالی ڈنگ لے کے پھر رہا ہے. اچھا یہ ذہن میں رکھیں کہ یہ بھیڑوں کا یا واسپ اس کا بھی فائدہ ہے. دیکھیں اللہ تعالیٰ نے کوئی چیز بھی بے مقصد نہیں پیدا کی ہوتی. یہ بہت سارے ایسے کیڑے مکوڑوں کو کھا جاتا ہے, یہ جو بھیڑ ہوتی ہے جو فصلوں کے لیے یا انسانی زندگی کے لیے نقصان دہ ہوتے ہیں, یہ ان کا خاتمہ کرتا ہے. اور بنیادی طور پہ یہ جیسے شہد کی مکھی ہے وہ رس چوس کے گزارا کرتی ہے, بلکہ اس سے شہد بھی بناتی ہے. یہ اس کی نسبت جو ہے رس یہ بھی چوستا ہے, بھیڑ جو ہوتی ہے یہ بھی رس چوستا ہے. ہاں لیکن یہ گوشت خور ہے بنیادی طور پہ, یہ کیڑے مکوڑے کھاتا ہے, لاروا سٹیج پہ کیڑے مکوڑے کھاتا ہے. اور سب سے دلچسپ بات یہ ہے اس کی کہ جو آپ کو کاٹتا ہے نا بھیڑ, وہ کاٹتا نہیں ہے, وہ ہمیشہ کاٹتی ہے, صرف مادہ کاٹتی. یعنی میں حیران ہوں کہ انسان ہو, شہد کی مکھی ہو, مچھر ہو یا وہ بھیڑ ہو, مادہ ہے تو وہ نقصان دہ ہے, نر ہے تو وہ بے ضرر ہے. سر اپنے کانوں کو ہاتھ لگائیں اور اس کے بعد ذرا سوچیں کہ جو مادہ ہیں ان کا بہت فائدہ بھی ہے. نرا ڈنگ کھا کے نا آپ غصہ چڑھا لیں, ٹھیک ہے, پر جائیے آپ کو بست بست کر دیں. پر جائیے یار, تم میرے دوست ہو, میں تمہارا ٹیچر ہوں. نہیں سر, ہم آپ بزرگ اسٹوڈنٹ ہیں, یہ تعلیم بالغاہ ہے سر. استانی کہو, چلیں استانی کہہ لیں, استانی ہماری جو ہیں وہ ماشاءاللہ گھر کو سنبھالتی ہے, تو بھیڑنی جو ہے وہ تو ڈانگ مار کے دے اپنے گھر تھے ہو اپنے گھر. سر یہ گوگے کو بھیڑ لگنے آئی تو پھر اس نے دوسری کو کہا آؤ پہنا چلیے, تو پہلے ہی بڑا سجیا پڑا. اچھا پھر بھیڑ میں اور شہد کی مکھی میں ایک اور فرق بھی ہے کہ شہد کی مکھی جو ہے وہ ایک دفعہ کاٹتی ہے آپ کو, ٹھیک ہے, بلکہ اکثر تو کہا جاتا ہے کہ وہ کاٹنے کے بعد مر جاتی ہے, ٹھیک ہے. لیکن جو بھیڑ ہے وہ ریپیٹڈ اوفینڈر, وہ بار بار آپ کو کاٹتی. اچھا ٹھیک ہے, ہاں وہ ایک دفعہ پھر کاٹے گی, پھر یعنی اس کی پستول میں میگزین بڑا ہوتا ہے. کیونکہ وہ جو ہے شہد کی مکھی اپنے ڈنگ سے اور کام لیتی ہے, جو واسپ جو ہے یا بھیڑ ہے, ڈیمو, پونڈ, ٹھیک ہے, یہ جو ہے یہ اپنے ڈنگ سے اپنا شکار کر کے کھاتے ہیں, اس لیے ان کا ڈنگ جو بڑا تگڑا ہوتا ہے شہد کی مکھی کی نسبت. اچھا سر جی, یہ شہد کی مکھیوں کی طرح یہ بھیڑیں بھی کالونیوں میں رہتی ہیں؟ اچھا یہ جو ہے نا ایک تو چھتا بنا کے رہتے ہیں, بھیڑیں بھی چھتا بنا کے رہتی ہیں, لیکن بھیڑیں چھتے کے بغیر بھی رہ لیتی ہیں. اور دوسرا ان کے چھتے میں بھی بنیادی طور پر فرق ہوتا ہے. جو شہد کی مکھیوں کا چھتا ہے وہ ویکس کی طرح کا ہوتا ہے, مومی ہوتا ہے, ٹھیک ہے. بھیڑیں جو ہیں یہ درختوں کی یا لکڑی کی چھال چبا کے اس کا پلپ بناتے ہیں اور پیپر لائک جو ہے وہ چھتا بناتے ہیں. ان کا خشک سا چڑمڑ کرنے والا آپ نے دیکھا ہوگا فوری طور پہ
इनका उस तरह का छत्ता नहीं होता, मोमी छत्ता नहीं होता, चुड़-मुड़ के सख्त सा होता है माशाल्लाह, कारीगर है ये पूरा। हाँ अच्छा, आपने कहा ना कारीगर, बल्कि कहा ये जाता है कि ये जिस तरह लकड़ी की छाल उतार के उसको मुंह में चबा के उसका पल्प बनाते हैं ना, गूदा बनाते हैं, तो चाइनीज़ के ख्याल में सबसे पहले चाइनीज़ के तसव्वुर में जो आया था पेपर बनाने का आइडिया, वो भिड़ को देख के ही आया था। आज जो हमारे सामने पेपर है, इसका क्रेडिट जो है वो भिड़ों को भी जाता है। थैंक यू सर, बड़ा नॉलेज में इजाफा हुआ। अच्छा बच्चों, आपको सबसे दिलचस्प बात भिड़ों के बारे में बताऊं तो ये है कि भिड़ों की जो कम्युनिकेशन है ना आपस में जो राब्ता रखती हैं, ये खास स्मेल के जरिए रखते हैं। अच्छा। ठीक है, खास स्मेल छोड़ते भी हैं, और फिर जब एक भेड़ मर जाती है ना, तो वो इतनी अजीब स्मेल होती है कि इर्द गिर्द काफी दूर तक जितनी भी भेड़ें होती हैं उनको पता चल जाता है कि हमारा साथी या हमारी साथन जो है वो मारी गई है, और वो फिर फौरी तौर पे इकट्ठे हो जाते हैं। आपने देखा होगा कि एक छत्ते में अगर 10 भेड़ें रहती होंगी, लेकिन जब उस 10 में से एक मर जाती है तो 250 भेड़ें वहां पे इकट्ठी हो जाती हैं। हाँ सर जी, वो इकट्ठी हो जाती है, ऐसे लगता है जैसे इनकी कमेटी खुलने वाली है। बल्कि ऐसे लगता है कि इन्वेस्टिगेशन फोर्स आ गई है कि इसका मर्डर कैसे हुआ है। नाज़रीन, यहाँ में लेना एक छोटा सा वक्फा, हमारे साथ रहिएगा। अच्छा भाईजान, हमारे यहाँ देखा गया है कि कोई मसला दरपेश हो घर से बाहर किसी को भी, तो कोई काम ना हो रहा हो, कोई काम फंस गया हो, तो फौरी तौर पे पूरा मोहल्ला क्या पूरा शहर जो है वो मशवरे देने आ जाता है। इंज कर लो, नहीं 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 तो नहीं पता, इंज करो, इस तरह करो, अबे नहीं ऐसे नहीं यार, ऐसे कर। फौरी तौर पे हर बंदा जो है ना वो टेक्नीशियन भी बन जाता है, प्लम्बर भी बन जाता है, इंजीनियर बन जाता है, डॉक्टर भी बन जाता है, नुआ पे आओ इन्हों करो, मतलब मरीज की तबीयत। लेकिन काम का जो एंड रिजल्ट है वो ये होता है। क्या सर? ये देखें, दिखाएं सर जी। अब पत्थर पड़ा हुआ है यार, ये देखो, और पत्थर हटाने की बजाय, पत्थर नहीं क्योंकि मुकद्दस पत्थर है, क्या है इसको, वो देखो पाइप को 14 बेंड दे के उन्होंने पत्थर वहीं पर रहने दिया। मतलब महल्ले में जितने मशवरा देने वाले हैं, अगर रल के चुकते तो इनू भावें पैदल पिंडी छाड़ डालते। सर इस पत्थर की वजह से है कि पत्थर अपनी जगह भारी है। और भाई प्लम्बर कोई मेरे वर्गा से, उनको पत्थर चुकिया नहीं गया, उन्होंने कहा उत्ते ही जोड़ पा दे। असल में प्लम्बर ने जोड़ों के पैसे चार्ज करने थे, उसने काम जो 1000 में करना तो उसने 5000 लिया होगा बाद में। ਇਹ ਗੋਡੇ ਸਾਲਟਾਂ ਪਾਈਆਂ ਜਿਹੜੀ। हाँ 500 ਗੋਗਾ ਇਹਨੂੰ ਦਿੰਦੇ, ਉਹਨਾਂ ਕੈਚਅਪ ਨਾਲ ਪੱਥਰ ਹੀ ਖਾ ਜਾਣਾ। तो 500 क्यों देते, गोगे से 500 लेते। ਯਾਰ ਤੁਸੀਂ ਕਿਉਂ अपना ज़हन ज़ाया कर लो, ਜਿਹਦੇ ਬੂਹੇ ਗਏਗਾ ਉਹਨੂੰ ਪੁੱਛ ਲਓ यार। अच्छा भाईजान, अगली एक वीडियो मैं आपको दिखा रहा हूँ, तकरीबन नाकाबिले यकीन है। ये देखिए, बाइक पे हम लोग तो बस ये कहते हैं ना कि जी 14 बच्चे बिठा के खींच ले, वो छोड़े, ये देखें आप। ओह माय गॉड, जरा गौरी ध्यान करो, आटे वाली जुगत। लो जी, सारा मुल्क आटा लपड़ रहा है तो मोटरसाइकिल वाला ले जा रहे हैं। गोगा इस बाइक वाले को दिल में कह रहा है तू पूरा ट्रक खींच ले, मेनू बहा के चला फिर मना तेरे। ये नहीं कह रहा गोगा, गोगा ये कह रहा है कि तू ट्रक पूरा खींचते ले है, हुण मेरे घर छड़ के आए तो फिर मना। अच्छा भाईजान, कराची के हालात वैसे सितम ज़रीफ़ी की इंतहा है कि क्राइम में भी लाफ्टर आ जाता है। इस किस्म के क्राइम हो रहे हैं, लेकिन ऐसे दिलचस्प वाक़यात होते हैं इंसान को यकीन नहीं आता। ये देखो, एक चोर है, वो गाड़ी का साइड मिरर उतार रहा है, वो देखना जरा। हाँ जी, हाँ जी। देखो, बड़े तरीके से पहले उसने ये किया, ये देखो, ये उतारा है, रखा है, ठीक है, बाइक पे। वाह वाह वाह। अब वो दूसरा उतारने आ रहा है, अच्छा। ये देखो, छुपाया भी है उसने। हाँ हाँ, ताकि पकड़ा। ये देखो, वो अब दीवार के साथ है, और बड़े तरीके से आया, इधर उधर देखा है, बहुत अच्छे। वो देखो, अब दूसरी उतार। तू एक ही ला के भाजा, थोड़ी खा ला। नहीं नहीं, दूसरा थोड़ी खा ला तो सुथरी खा ला है, तो यार वो थोड़ी खाएगा फिर भी चोरी की खाएगा। वो देखो, वो दूसरा उतारा है उसने शीशा, और ये देखो डाकू आ गए। ओ लो, चोरों ਨੂੰ ਪੈ ਗਏ ਮੋਰ। इसको कहते हैं चोरों ਨੂੰ पै गए मोर ते मोरों ਨੂੰ पै गए होर। और ये सही वीडियो है। ਜਿਹਦੇ ਨਸੀਬ ਚ ਹੋਵੇ ਲਿਜਾਣਾ ਉਹਨੇ ਹੁੰਦਾ ਹੈ। अल्लाह अकबर, देखो जरा तो भाई क्या बेहिसी है, हाँ जी। और किस कदर क्राइम फैला हुआ है कि ऊपर तले हो रहे हैं, ऊपर तले हो रहे हैं। ਹੁੰਦੇ ਡਾਕੂ ਜ਼ਿਆਦਾ ਖਤਰਨਾਕ ਨੇ। ਪਹਿਲੇ ਡਾਕੂ ਆ ਕੇ ਹੱਸਦੇ ਹੁੰਦੇ ਸੀ, ਪਿੰਡ ਵਾਲੇ ਉਹ ਬਾਹਰ ਆ ਜਾਓ,
ਦੇਖੋ ਚੁੱਪ ਕਰਕੇ ਆਈ हाँ जी कि छोटा मोटा फायर भी करना ਐਵੇਂ ਕਿਸੇ ਕੋਲ ਲੱਸੀ ਖੋ ਕੇ ਪੀ ਲੈਣੀ लाफ्टर भी देना ਅੱਛਾ ਵੀ ਚਲੋ ਬੰਦਾ ਤੇ ਬੰਦੇ ਦੀ ਇੱਜ਼ਤ ਨਹੀਂ ਸੀ ਕਰਦਾ, ਵੇਖੋ ਇੱਥੇ ਡਾਕੂ ਵੀ ਦੂਜੇ ਡਾਕੂ ਦੀ ਇੱਜ਼ਤ ਨਹੀਂ ਕਰਦੇ। अच्छा, बंदर और चिंपैंजी भी क्या कमाल तमाशा लगाते हैं कई दफा। ये देखें, लेकिन ये बेचारा रोजी कमा रहा है अपनी हकलाल की। यार ये तमाशा नहीं उसने लगाया हुआ, उसने जंगल में सर्विस स्टेशन खोला है और मेहनत कर रहे हैं दोनों भाई। वो देखे ना, बेचारे तुम्हें क्या पता है उनका वालिद नशा करने लग गया होगा। ਇਹਨਾਂ ਦੇ ਬਾਰੇ ਚ ਮਸ਼ਹੂਰ ਹੈ ਕਿ ਜੀ ਪੈਸੇ ਨਹੀਂ ਲੈਂਦੇ ਗੱਡੀ 'ਚ, ਨਾ ਕੇਲਾ ਛੱਡਦੇ ਨੇ ਤੇ ਨਾ ਟੌਫੀ। महंगाई इसका मतलब कि जंगलों में भी हो गई है। नहीं वालिद नशा करता है तो बेचारे की जवान सिस्टर भी आने वाली इन्होंने इसी तरह देखना, मेहनत मुहनत करके अपना घर सेट कर लेना है। ਤੇ ਸਾਰਾ ਦਿਨ ਚ ਕੋਈ ਗੱਡੀ ਧੁੰਦੇ ਨੇ। नहीं जी नहीं, गड्डियां तो काफी धो लेंदे ने गोगा जी। असल च बात यार ये तुम है परफेक्शन देखो, वैसे सीरियसली देखो, लगता नहीं है कि जानवर धो रहे हैं। ਅੱਛਾ ਇਹਨਾਂ ਨੂੰ ਸਾਬਣ ਲਾਣਾ ਹੀ ਆਂਦਾ, ਉੱਤੋਂ ਪਾਣੀ मारना नहीं आंदा। यार सारा आता है, तुम जाओ तो सही एक दफा गाड़ी लेके। मैं तो आगे पहले जीजी को कहने वाला था, देखो जीजी तुम कहते हो कि गौरी मेहनत नहीं करता। अब भाईजान इन्होंने जिराफे के साथ मिलके बनाई हुई है ये सर्विस स्टेशन। ये साबन मार देने, जिराफा आके उत्तों ऊंचा पैप करके थले पानी मार प्रेशर ना गड्डी साहब। जी हाँ। ਅਜ਼ੀਜ਼ੀ ਇਹ ਫਿਰ ਜ਼ੁਲਮ ਹੀ ਹੈ ਨਾ। ਦੇਖੋ ਇੰਨੀ ਮਿਹਨਤ ਕਰਦੇ ਨੇ ਵਿਚਾਰਿਆਂ ਨੂੰ, ਮੁਆਵਜ਼ਾ ਹੀ ਇੰਨਾ ਕੁ ਮਿਲਦਾ ਕਿ ਆਪਣੇ ਕੱਪੜੇ ਵੀ ਨਹੀਂ ਸਵਾ ਸਕਦੇ। नाज़रीन, ये था आज का हस्बे हाल, और चलते चलते एक बुज़ुर्ग की अपने आखिरी लम्हों में की गई एक बहुत खूबसूरत बात। रास्ता गलत हो तो पलट जाना, हक बात हो तो डट जाना, सामने बीवी हो तो हट जाना। नाज़रीन खुश रहे, खुश रखें। आपसे मुलाकात होगी इंशाल्लाह अगले हफ्ते। अल्लाह हाफ़िज़।